ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਟ੍ਰਿਬਿਊਨ ਟੀਵੀ। ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਸਾਡੇ ਨਾਲ ਜੁੜੇ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਿੱਧੂ ਉਹਨਾਂ ਦੇ ਦਿੱਲੀ ਜਾਣ ਦੇ ਬਾਰੇ 'ਚ, ਦਿੱਲੀ ਦੇ ਵਿੱਚ ਜਿਹੜੀ ਉਹਨਾਂ ਦੀ ਮੀਟਿੰਗਾਂ ਹੋਈਆਂ ਉਹਦੇ ਬਾਰੇ 'ਚ, ਔਰ ਹੋਰ ਵੀ ਕਈ ਮੁੱਦੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਤੇ ਅਸੀਂ ਗੱਲਬਾਤ ਕਰਾਂਗੇ। ਮਨਪ੍ਰੀਤ, ਸਿੱਧੂ ਉਹਨਾਂ ਦਿੱਲੀ ਗਏ। ਦਿੱਲੀ ਜਾਣ ਤੋਂ ਬਾਅਦ ਪਹਿਲੇ ਦਿਨ ਉਹਨਾਂ ਦੀ ਮੀਟਿੰਗ ਨਹੀਂ ਹੋ ਪਾਈ ਗਾਂਧੀਆਂ ਨਾਲ। ਦੂਜੇ ਦਿਨ ਉਹ ਪ੍ਰਿयंका ਗਾਂਧੀ ਨਾਲ ਮਿਲਦੇ ਨੇ। ਪ੍ਰਿयंका ਗਾਂਧੀ ਤੋਂ ਬਾਅਦ ਰਾਹੁਲ ਗਾਂਧੀ ਨਾਲ, ਸੋਨੀਆ ਗਾਂਧੀ ਨਾਲ। ਔਰ ਉਹ ਮੀਟਿੰਗ, ਜਿਸ ਮੀਟਿੰਗ ਦੇ ਉੱਤੇ ਬੜੀ ਸਾਰੀ ਸਪੈਕੂਲੇਟਿਵ ਗੱਲਾਂ ਚੱਲ ਰਹੀ ਸੀਗੀ ਮੀਡੀਆ ਦੇ ਵਿੱਚ, ਉਹ ਮੀਟਿੰਗ ਹੋ ਜਾਂਦੀ ਹੈ, ਪਰ ਮੀਟਿੰਗ ਤੋਂ ਬਾਅਦ ਜਾਂ ਮੀਟਿੰਗ ਦੇ ਵਿੱਚ ਕੀ ਹੋਇਆ ਉਹ ਹਜੇ ਤੱਕ ਨਹੀਂ ਪਤਾ। ਕਿਹਾ ਜਾਂਦਾ ਕਿ ਆਉਣ ਵਾਲੇ 3-4 ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਜਿਹੜਾ ਅੰਤਰਕਲਾ ਮਚਿਆ ਹੋਇਆ ਹੈ ਪੰਜਾਬ ਦੇ ਵਿੱਚ, ਉਹ ਬੜੀ ਜਲਦੀ ਖਤਮ ਹੋ ਜਾਏਗਾ। ਹੁਣ ਇਸ ਮੀਟਿੰਗ ਦੇ ਮਾਇਨੇ ਕੀ ਹੈ ਔਰ ਮੀਟਿੰਗ ਦੇ ਵਿੱਚ ਹੋਇਆ ਕੀ ਹੋਏਗਾ, ਔਰ ਮੀਡੀਆ ਦੀ ਉਸ ਮੀਟਿੰਗ ਤੋਂ ਸਪੈਕੂਲੇਸ਼ਨ, ਇਹਨਾਂ ਬਾਰੇ ਦੱਸੋ ਕਿ ਹੈ ਕੀ ਚੀਜ਼ ਹੈ ਸਾਰੀ। ਰਾਜੀਵ, ਦੇਖੋ, ਜਿੱਦਣ ਨਵਜੋਤ ਸਿੰਘ ਸਿੱਧੂ ਜਾਂਦੇ ਨੇ ਉਸ ਤੋਂ ਪਹਿਲਾਂ ਸਾਰੇ ਮੀਡੀਆ ਵਾਲਿਆਂ ਨੂੰ ਇੱਕ ਮੈਸੇਜ ਭੇਜਦੇ ਨੇ ਕਿ ਮੈਂ ਰਾਹੁਲ ਗਾਂਧੀ ਤੇ ਪ੍ਰਿयंका ਗਾਂਧੀ ਨਾਲ ਮੀਟਿੰਗ ਕਰਨ ਜਾ ਰਿਹਾ। ਮੀਡੀਆ ਪਿੱਛੇ ਲੱਗ ਜਾਂਦਾ, ਲਗਾਤਾਰ ਉਹਨਾਂ ਦਾ ਪ੍ਰਸਾਰਣ ਹੁੰਦਾ। ਜਿਹੜੇ ਨੈਸ਼ਨਲ ਚੈਨਲਸ ਨੇ, ਟੀਵੀ ਚੈਨਲਸ ਹੋਏ, ਉਹ ਲਗਾਤਾਰ ਸਿੱਧਾ ਪ੍ਰਸਾਰਣ ਦਿੰਦੇ ਨੇ। ਸ਼ਾਮ ਤੱਕ ਜਦੋਂ ਕੋਈ ਮੀਟਿੰਗ ਨਹੀਂ ਹੁੰਦੀ, ਕਿਉਂਕਿ ਸਿੱਧੂ ਹੋਣਾ ਨੇ ਇਹ ਤਾਂ ਕਿਹਾ ਨਹੀਂ ਸੀ ਕਿ ਮੇਰੀ ਫਲਾਣੀ ਤਰੀਕ ਨੂੰ ਫਲਾਣੇ ਟਾਈਮ ਤੇ ਮੀਟਿੰਗ ਹੋਏਗੀ। ਉਸ ਟਾਈਮ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੀਡੀਆ ਆਪਣੇ ਆਪ 'ਚ ਸਪੈਕੂਲੇਸ਼ਨ ਕਰਨੀਆਂ ਸ਼ੁਰੂ ਕਰ ਦਿੰਦਾ। ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ, ਰਾਹੁਲ ਗਾਂਧੀ ਬਾਹਰ ਆਉਂਦੇ ਨੇ ਆਪਣੇ ਤੁਗਲਕ ਰੋਡ ਘਰ ਤੋਂ, ਤੇ ਉਹ ਕਹਿੰਦੇ ਨੇ ਕਿ ਅੱਜ ਤਾਂ ਮੇਰੀ ਕੋਈ ਮੀਟਿੰਗ ਹੈ ਨਹੀਂ, ਤੇ ਉਸ ਤੋਂ ਬਾਅਦ ਉਹ ਸੋਨੀਆ ਗਾਂਧੀ ਦੇ ਘਰੇ ਚਲੇ ਜਾਂਦੇ ਨੇ। ਨਾਲ ਦੀ ਨਾਲ ਹੀ ਮੀਡੀਆ ਜਿਹੜਾ ਹੈ ਉਹ ਅਟਕਲ ਪੱਚੂ ਲਾਉਣ ਲੱਗ ਜਾਂਦਾ, ਸਿਆਸੀ ਕਿਆਸੇ ਲਾਉਣ ਲੱਗ ਜਾਂਦਾ ਕਿ ਦੇਖੋ ਜੀ, ਨਵਜੋਤ ਸਿੰਘ ਸਿੱਧੂ ਨੂੰ ਤਾਂ ਬੁਲਾਇਆ ਹੀ ਨਹੀਂ, ਉਹਨਾਂ ਨੇ ਤਾਂ ਐਵੇਂ ਹੀ ਕਹਿਤਾ, ਉਹਨਾਂ ਨੂੰ ਤਾਂ ਇੱਕ ਤਰ੍ਹਾਂ ਦਾ ਸਨੱਪ ਕਰਤਾ। ਸੋ ਆਲ ਕਾਈਂਡ ਆਫ ਥਿੰਗਸ ਵਰ ਸੈਡ ਬਾਈ ਦੀ ਮੀਡੀਆ, ਸਪੈਕੂਲੇਸ਼ਨ, ਕਿਉਂਕਿ ਗੱਲ ਕੋਈ ਨਹੀਂ ਸੀ ਕਰ ਰਿਹਾ। ਕਿਉਂਕਿ ਨਾ ਤਾਂ ਰਾਹੁਲ ਗਾਂਧੀ ਨੇ ਉਸ ਤਰ੍ਹਾਂ ਸਾਫ਼ ਕੀਤਾ ਕਿ ਕਿਸ ਗੱਲ ਦੀ ਮੀਟਿੰਗ ਹੋਣੀ ਸੀ, ਨਾ ਹੀ ਨਵਜੋਤ ਸਿੰਘ ਸਿੱਧੂ ਹੋਣਾ ਨੇ ਜਾ ਕੇ ਮੀਡੀਆ ਨੂੰ ਕੋਈ ਗੱਲ ਦੱਸੀ। ਇਸ ਗੱਲ ਦੀ ਹਮੇਸ਼ਾ ਮੀਡੀਆ ਨੂੰ ਰਹਿੰਦੀ ਹੈ ਕਿ ਸਾਨੂੰ ਇਮੀਡੀਏਟਲੀ ਕੁਝ ਨਾ ਕੁਝ ਪਤਾ ਲੱਗ ਜੇ। ਆਪਸ ਦੇ ਵਿੱਚ ਹੋੜ ਬਹੁਤ ਜ਼ਿਆਦਾ। ਉਸੇ ਸ਼ਾਮ ਨੂੰ ਪ੍ਰਿयंका ਗਾਂਧੀ ਦੀ ਮੀਟਿੰਗ ਹੋ ਜਾਂਦੀ ਹੈ, ਉਸੇ ਸ਼ਾਮ ਨੂੰ ਹੀ ਹੁੰਦੀ ਆ, ਜਿਸ ਬਾਰੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ। ਔਰ ਉਸ ਤੋਂ ਬਾਅਦ ਜਦੋਂ ਸਿੱਧੂ ਟਵੀਟ ਕਰਦੇ ਨੇ, ਆਪਣੇ ਨਾਲ ਇੱਕ ਪਿਕਚਰ ਟਵੀਟ ਕਰਦੇ ਨੇ ਪ੍ਰਿयंका ਗਾਂਧੀ ਦੀ, ਤੇ ਤਾਂ ਜਾ ਕੇ ਮੀਡੀਆ ਨੂੰ ਪਤਾ ਲੱਗਦਾ ਕਿ ਉਹ ਤਾਂ ਮੀਟਿੰਗ ਹੋ ਗਈ। ਤੇ ਫਿਰ ਇਸੇ ਤਰ੍ਹਾਂ ਕੱਲ ਉਹਨਾਂ ਦੀ ਰਾਹੁਲ ਗਾਂਧੀ ਨਾਲ ਵੀ ਮੀਟਿੰਗ ਹੋ ਜਾਂਦੀ ਆ। ਅੱਛਾ, ਹੁਣ ਮੀਡੀਆ ਦੀ ਸਪੈਕੂਲੇਸ਼ਨ ਇਹ ਹੈ ਕਿ ਕਿੰਨੇ ਘੰਟੇ ਮੀਟਿੰਗ ਹੋਈ, ਕੋਈ ਕਹਿੰਦਾ ਕੁਝ ਮਿੰਟ ਹੋਈ, ਕੋਈ ਕਹਿੰਦਾ ਘੰਟੇ ਹੋਈ। ਦੇਖੋ, ਇਹ ਗੱਲਾਂ ਜ਼ਰੂਰੀ ਨਹੀਂ ਕਿ ਕਿੰਨੇ ਘੰਟੇ ਜਾਂ ਮਿੰਟ ਹੋਈ। ਗੱਲਾਂ ਇਹ ਜ਼ਰੂਰੀ ਹੈ ਕਿ ਉੱਥੇ ਡਿਸਕਸ ਕੀ ਹੋਇਆ। ਉਹਨਾਂ ਨੂੰ, ਚਾਹੇ ਉਹ ਕਾਂਗਰਸ ਦੀ ਹਾਈ ਕਮਾਂਡ ਹੋਵੇ, ਚਾਹੇ ਉਹਦੇ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਜਾਂ ਪ੍ਰਿयंका ਗਾਂਧੀ ਹੋਣ, ਤੇ ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਇਹ ਜ਼ਰੂਰੀ ਨਹੀਂ ਹੈ ਕਿ ਕਿੰਨੇ ਮਿੰਟ, ਕਿਉਂਕਿ ਆਪਾਂ ਅੰਦਾਜ਼ੇ ਲਾਉਣ ਲੱਗ ਜਾਂਦੇ ਹਾਂ ਕਿ ਜੇ ਬਹੁਤ ਦੇਰ ਬੈਠੇ ਆ ਤੇ ਸ਼ਾਇਦ ਬੜੀ ਵਧੀਆ ਮੀਟਿੰਗ ਹੋਈ ਹੋਣੀ ਹੈ। ਤੁਸੀਂ ਯਾਦ ਕਰੋ, ਕਿਸਾਨ 11 ਗੇੜ ਦੀ ਗੱਲਬਾਤ ਕੇਂਦਰੀ ਮੰਤਰੀਆਂ ਨਾਲ ਕਰਦੇ ਆ, 3 ਘੰਟੇ ਮੀਟਿੰਗ, 6 ਘੰਟੇ ਮੀਟਿੰਗ, ਕੁਝ ਨਿਕਲਿਆ? ਕਦੇ ਨਹੀਂ ਨਿਕਲਿਆ। ਮੀਟਿੰਗ ਦੇ ਵਿੱਚ ਜੇ ਨਿਕਲਣਾ ਹੋਵੇ ਤਾਂ 5 ਮਿੰਟ 'ਚ ਵੀ ਨਿਕਲ ਆਉਂਦਾ, ਤੇ ਚਾਹੇ ਮੀਟਿੰਗਾਂ ਜਿਹੜੀ 11 ਗੇੜ ਦੀਆਂ ਹੋ ਜਾਣ, ਕੁਝ ਨਹੀਂ ਨਿਕਲਦਾ। ਪਹਿਲੀ ਗੱਲ। ਦੂਸਰੀ ਗੱਲ, ਮੈਂ ਤੁਹਾਨੂੰ ਇਹ ਦੱਸ ਦਿੰਦਾ ਰਾਜੀਵ ਜੀ, ਕਿ ਹਰੀਸ਼ ਰਾਵਤ ਜਿਹੜੇ ਪੰਜਾਬ ਦੇ ਮਾਮਲਿਆਂ ਦੇ ਕਾਂਗਰਸ ਦੇ ਇੰਚਾਰਜ ਆ, ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਹੋਇਆ ਕਿ ਇਸ ਦਾ ਜਿਹੜਾ ਫੈਸਲਾ, ਜਿਹੜੇ ਕਾਂਗਰਸ ਦੇ ਵਿੱਚ ਆਪਸੀ ਟਕਰਾਅ ਜਾਂ ਕਾਟੋ ਕਲੇਸ਼ ਚੱਲ ਰਿਹਾ, ਇਹ ਲਗਭਗ 10 ਜਾਂ 8 ਜਾਂ 10 ਜੁਲਾਈ ਤੱਕ ਖਤਮ ਹੋ ਜਾਏਗਾ। ਉਸ ਚੀਜ਼ ਦੀ, ਕਿਉਂਕਿ ਮੀਡੀਆ ਕੋਲੇ ਪੇਸ਼ੈਂਸ ਨਹੀਂ ਹੈ। ਮੀਡੀਆ ਨੇ ਰੋਜ਼ ਕੋਈ ਨਾ ਕੋਈ ਗੱਲ ਚਲਾਉਣੀ ਹੈ, ਕੋਈ ਨਾ ਕੋਈ ਗੱਲ ਦਿਖਾਉਣੀ ਆ। ਉਹੀ ਮੀਡੀਆ ਜਿਹੜਾ ਕਹਿੰਦਾ ਸੀ ਸਨੱਬ ਕਰਤਾ, ਫੇਲ ਹੋ ਗਿਆ, ਉਹ ਤਾਂ ਗੱਲ ਹੋਈ ਨਹੀਂ ਜੀ, ਦੇਖੋ ਕੈਪਟਨ ਤੁਹਾਡਾ ਭਾਰੀ ਹੋ ਗਿਆ, ਤੇ ਜਦੋਂ ਦੋਨਾਂ ਦੀਆਂ ਮੀਟਿੰਗਾਂ ਹੋ ਜਾਂਦੀਆਂ ਫਿਰ ਕੋਈ ਹੋਰ ਗੱਲਾਂ ਕਰਨ ਲੱਗ ਪੈਂਦੇ ਨੇ। ਨਹੀਂ, ਪਰ ਗੱਲ ਨਿਕਲੀ ਕੀ, ਕਿਉਂਕਿ ਹੁਣ ਤੇ ਮੀਟਿੰਗ ਤੇ ਗੱਲ ਹੋ ਗਈ, ਇਹ ਤੇ ਹੁਣ ਸਾਰਿਆਂ ਨੂੰ ਪਤਾ ਹੈ ਕਿ ਮੀਟਿੰਗ ਹੋ ਗਈ। ਕੁਝ ਅਖਬਾਰਾਂ ਦੇ ਵਿੱਚ ਗੱਲ ਇਹ ਵੀ ਨਿਕਲੀ ਹੈ ਕਿ ਕੈਂਪੇਨ ਕਮੇਟੀ ਦੇ ਚੇਅਰਮੈਨ ਜਿਹੜੀ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਡਿਸਾਈਡ ਕਰਦੀ ਹੈ, ਉਹਦੇ ਵਿੱਚ ਵੀ ਉਹਨਾਂ ਨੂੰ ਮੈਂਬਰ ਬਣਾਇਆ ਜਾਏਗਾ ਸਕਰੀਨਿੰਗ ਕਮੇਟੀ ਦੇ ਵਿੱਚ, ਜਾਂ ਫਿਰ PPCC ਦੀ ਪ੍ਰਧਾਨਗੀ ਡਿਪਟੀ CM। ਇਹ ਗੱਲਾਂ ਤੇ ਸਾਰੀ ਉਹੀ ਚੱਲ ਰਹੀ ਹੈ ਜਿਹੜੀ ਅੱਜ ਤੋਂ 10 ਦਿਨ ਪਹਿਲੇ ਵੀ ਚੱਲ ਰਹੀ ਸੀ, ਪਰ ਕਿਸੇ ਮੁੱਦੇ ਤੇ ਕੋਈ ਸਹਿਮਤੀ ਬਣੀ? ਰਾਜੀਵ ਜੀ, ਉਹੀ ਗੱਲਾਂ ਫਿਰ ਦੁਬਾਰਾ ਆ ਜਾਂਦੀਆਂ। ਤੁਹਾਨੂੰ ਪਤਾ ਵੀ ਕਿੰਨੇ ਜਿਹੜੇ ਇਸ ਟਾਈਮ ਫੈਕਸ਼ਨਸ ਨੇ, ਕਿੰਨੇ ਕੈਂਪਸ ਨੇ। ਅਮਰਿੰਦਰ ਸਿੰਘ ਹੋਣਾ ਦੇ ਜਿਹੜਾ ਧੜਾ, ਉਹ ਕਿੰਨਾ ਇਸ ਟਾਈਮ ਐਕਟਿਵ ਆ। ਉਹਨਾਂ ਦੀ ਨੌਕਰਸ਼ਾਹੀ ਹੋਵੇ, ਅਫਸਰਸ਼ਾਹੀ ਹੋਵੇ, ਉਹਨਾਂ ਦੇ ਆਫੀਸਰਸ ਹੋਣ, ਉਹ ਐਕਟਿਵ ਨੇ। ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਹਮਦਰਦੀ ਆ, ਉਹ ਐਕਟਿਵ ਨੇ। ਜਿਨ੍ਹਾਂ ਲੋਕਾਂ ਨੂੰ ਨਵਜੋਤ ਸਿੰਘ ਸਿੱਧੂ ਨਾਲ ਹਮਦਰਦੀ ਆ, ਉਹ ਐਕਟਿਵ ਨੇ। ਹਰ ਕੋਈ ਆਪਣੇ ਹਿਸਾਬ ਦੇ ਨਾਲ ਇੰਟਰਪ੍ਰੀਟੇਸ਼ਨ ਕਰ ਰਿਹਾ, ਆਪਣੇ ਹਿਸਾਬ ਨਾਲ ਸੋਚ ਰਿਹਾ, ਤੇ ਆਪਣੇ ਹਿਸਾਬ ਨਾਲ ਹੀ ਮੀਡੀਆ ਨੂੰ ਫੀਡ ਕਰ ਰਿਹਾ। ਔਰ ਮੀਡੀਆ ਦੇ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਸਾਨੂੰ ਪਤਾ ਨਹੀਂ ਕਿੰਨੀ ਕੁ ਵੱਡੀ ਗੱਲ ਪਤਾ ਲੱਗ ਗਈ।
ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ ਮੀਡੀਆ ਨੂੰ ਵੀ ਪੇਸ਼ੈਂਸ ਰੱਖਣੀ ਚਾਹੀਦੀ ਹੈ। ਉਹ ਇਹ ਨਹੀਂ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਨਾਲ ਦੀ ਨਾਲ ਐਲਾਨ ਕਰ ਦਿੰਦੇ ਕਿ ਸਾਡਾ ਤਾਂ ਫੈਸਲਾ ਹੋ ਗਿਆ। ਜੇ ਇਕੱਲੇ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਫੈਸਲਾ ਲੈਣਾ ਹੁੰਦਾ ਜਾਂ ਡਿਸਾਈਡ ਕਰਨਾ ਹੁੰਦਾ ਤੇ ਫਿਰ ਫੈਸਲਾ ਤਾਂ ਪਹਿਲਾਂ ਹੀ ਹੋ ਜਾਣਾ ਸੀ। ਇਸ ਕਰਕੇ ਇਸ ਗੱਲ ਦੀ ਵੇਟ ਐਂਡ ਵਾਚ ਕਰੋ। ਮੈਂ ਪਹਿਲਾਂ ਵੀ ਇੱਕ ਚੈਨਲ ਦੇ ਉੱਤੇ ਇਹ ਗੱਲ ਕਹਿ ਕੇ ਆਇਆ ਕਿ ਹਾਈ ਕਮਾਂਡ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲਏਗੀ ਜਾਂ ਇਸ ਤਰ੍ਹਾਂ ਦੇ ਸੰਕੇਤ ਨਹੀਂ ਦੇਗੀ ਜਿਸ ਨਾਲ ਉਹਨਾਂ ਨੂੰ ਲੱਗੇ ਜਾਂ ਇੱਕ ਉਦਾਹਰਨ ਸੈੱਟ ਹੋਵੇ, ਇੱਕ ਪ੍ਰੈਸੀਡੈਂਟ ਸੈੱਟ ਹੋਵੇ ਕਿ ਕਿਸੇ ਤਰ੍ਹਾਂ ਦਾ ਕੋਈ ਬਗਾਵਤ ਕਰ ਦੇਗਾ ਤੇ ਉਹਨੂੰ ਤਰਜੀਹ ਮਿਲ ਜੇਗੀ, ਉਹਨੂੰ ਪਹਿਲ ਮਿਲ ਜੇਗੀ ਜਾਂ ਉਹਨੂੰ ਪ੍ਰਾਇੋਰਟੀ ਮਿਲ ਜੇਗੀ। ਉਹਨਾਂ ਨੇ ਆਪਣੀ ਜਿਹੜੀ ਰਾਜਨੀਤੀ ਆ ਕਾਂਗਰਸ ਨੇ ਉਹ ਰਾਜਸਥਾਨ 'ਚ ਵੀ ਕਰਨੀ ਆ, ਉਹ ਛੱਤੀਸਗੜ੍ਹ 'ਚ ਵੀ ਕਰਨੀ ਆ, ਹੋਰ ਸੂਬਿਆਂ ਦੇ ਵਿੱਚ ਵੀ ਕਰਨੀ ਆ। ਜੇ ਇਸ ਤਰ੍ਹਾਂ ਦੇ ਬਾਕੀ ਸੁਰਾਂ ਨਾਲ ਲੋਕੀ ਖੜੇ ਹੋ ਕੇ ਆਪਣੀ ਗੱਲ ਕਹਿ ਕੇ ਮਨਵਾਉਣ ਲੱਗ ਗਏ ਤੇ ਮੁੱਖ ਮੰਤਰੀਆਂ ਦਾ ਕੀ ਬਣੂਗਾ? ਸਾਰਿਆਂ ਨੂੰ ਬਣਦਾ ਸਮਾਂ ਮਿਲੂਗਾ, ਬੈਲੈਂਸ ਅਪਰੋਚ ਹੋਏਗੀ, ਉਸ ਤੋਂ ਬਾਅਦ ਡਿਸਾਈਡ ਹੋਊਗਾ ਕਿ ਕੀ ਅਸੀਂ ਕਰਨਾ ਜਾਂ ਨਹੀਂ ਕਰਨਾ। ਲੇਕਿਨ ਸਪੈਕੂਲੇਸ਼ਨ ਕਿਉਂਕਿ ਮੀਡੀਆ ਨੂੰ ਗੱਲ ਤੇ ਸਵਾਲ ਤੇ ਮਨਪ੍ਰੀਤ ਜੀ ਇਸ ਗੱਲ ਤੇ ਖੜਾ ਹੈ ਕਿ ਸਿੱਧੂ ਉਹਨਾਂ ਨੇ ਜਿਸ ਤਰੀਕੇ ਦੇ ਐਲੀਗੇਸ਼ਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ ਲਾਏ ਨੇ, ਖਾਸ ਕਰਕੇ 75-25 ਦੀ ਗੱਲ, ਮਿਲੀ ਭੁਗਤ ਦੀ ਰਾਜਨੀਤੀ, ਬਾਦਲਾਂ ਨਾਲ ਰਲੇ ਹੋਏ ਨੇ, ਇਹਨਾਂ ਸਾਰੇ ਐਲੀਗੇਸ਼ਨਾਂ ਦਾ ਕੀ ਹੋਏਗਾ? ਇਹ ਜਿਹੜੀ ਗੱਲ ਅਸੀਂ ਕਰਦੇ ਪਏ ਹਾਂ ਹਜੇ ਤੱਕ, ਉਹ ਤੇ ਫਾਰਮੂਲੇ ਕੱਢਣ ਦੀ ਗੱਲ ਆ ਵੀ ਸਿੱਧੂ ਨੂੰ ਇਹ ਬਣਾ ਦਿੱਤਾ ਜਾਏਗਾ ਤੇ ਉਹ ਖੁਸ਼ ਹੋ ਜਾਏਗਾ, ਸਿੱਧੂ ਅਗਰ ਇਹ ਬਣ ਜਾਏ ਤੇ ਐਦਾਂ ਹੋ ਜਾਏਗਾ। ਲੜਾਈ ਤੇ ਕੈਪਟਨ ਤੇ ਸਿੱਧੂ ਦੀ ਹੁਣ ਸੜਕਾਂ ਤੇ ਆ ਗਈ ਹੈ ਔਰ ਇਹ ਲੜਾਈ ਸਿਰਫ ਸਿੱਧੂ ਨੂੰ ਕੋਈ ਪੋਸਟ ਦੇਣ ਨਾਲ ਖਤਮ ਹੋ ਜਾਏਗੀ ਕਿ ਮੁੱਖ ਮੰਤਰੀ ਦੇ ਉੱਤੇ ਲਾਏ ਹੋਏ ਐਲੀਗੇਸ਼ਨਸ ਉਹ ਸਾਰੇ ਪਾਕ ਸਾਫ਼ ਸਾਬਿਤ ਹੋ ਜਾਣਗੇ? ਇਸ ਬਾਰੇ ਦਾ ਕੀ ਬਣੇਗਾ? ਇਸ ਮੁੱਦੇ ਦਾ ਕੀ ਬਣੇਗਾ? ਜੋ 18 ਸੁਤਰੀਆ ਪ੍ਰੋਗਰਾਮ ਕੈਪਟਨ ਸਾਹਿਬ ਨੂੰ ਹਾਈ ਕਮਾਨ ਨੇ ਦਿੱਤਾ, ਜਿਹਦੇ ਵਿੱਚ ਵੱਡੇ 3 ਮੁੱਦੇ ਤੇ ਇਹੀ ਨੇ। ਡਰੱਗ ਦਾ ਇਸ਼ੂ, ਜਿਹੜੇ ਡਰੱਗ ਦੇ ਇਸ਼ੂ ਦੇ ਉੱਤੇ ਸਿੱਧੂ ਨਾਲ ਐਲੀਗੇਸ਼ਨ ਲਾਉਂਦੇ ਨੇ ਕਿ ਉਹ ਮਜੀਠੀਆ ਸਾਹਿਬ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਦੂਜੇ ਪਾਸੇ ਬੇਅਦਬੀਆਂ ਦੇ ਮੁੱਦੇ ਤੇ ਬਾਦਲਾਂ ਨਾਲ ਰਲੇ ਹੋਏ ਨੇ। ਤੀਜੇ ਪਾਸੇ ਮਾਈਨਿੰਗ ਮਾਫੀਆ ਦਾ ਮੁੱਦਾ, ਜਿਹਦੇ ਉੱਤੇ ਕੱਲ ਸੁਖਬੀਰ ਬਾਦਲ ਉਹਨਾਂ ਨੇ ਰੇਡ ਵੀ ਪਾਈ ਹੈ। ਭਾਵੇਂ ਸਰਕਾਰ ਇਹ ਕਹਿ ਰਹੀ ਹੈ ਕਿ ਉਹ ਜਿਹੜੀ ਮਾਈਨਿੰਗ ਸੀਗੀ ਲੀਗਲ ਸੀਗੀ, ਪਰ ਚਲੋ ਲੀਗਲ ਤੇ ਉਹ ਹੋਏਗੀ, ਪਰ ਇਲੀਗਲ ਵੀ ਬੜੀ ਸਾਰੀ ਮਾਈਨਿੰਗ ਹੋ ਰਹੀ ਹੈ। ਇਹਨਾਂ ਮੁੱਦਿਆਂ ਦਾ ਕੀ ਬਣੇਗਾ ਕਿ ਗਾਂਧੀਆਂ ਨਾਲ ਇੱਕ ਮੀਟਿੰਗ ਕਰਕੇ ਸਿੱਧੂ ਨੂੰ ਕੋਈ ਪੋਸਟ ਦੇ ਕੇ ਇਹਨਾਂ ਸਾਰੇ ਮਸਲਿਆਂ ਦਾ ਹੱਲ ਹੋ ਜੂਗਾ? ਰਾਜੀਵ ਜੀ, ਇਹ ਜਿਹੜੀ ਚਰਚਾ ਜਾਂ ਇਹਦਾ ਨਤੀਜਾ ਉਹ ਆਪਾਂ ਸਟੂਡੀਓ 'ਚ ਨਹੀਂ ਕਰ ਸਕਦੇ, ਆਪਾਂ ਉਹੀ ਕੈਸੇ ਲਾ ਸਕਦੇ ਹਾਂ। ਜਿਸ ਤਰ੍ਹਾਂ ਤੁਸੀਂ ਕਿਹਾ ਕੀ ਬਣੂਗਾ ਲਈ ਮੈਂ ਤੁਹਾਨੂੰ ਪਹਿਲਾਂ ਵੀ ਅਰਜ਼ ਕਰ ਚੁੱਕਾ। ਉਹਨਾਂ ਨੇ ਕਿਹਾ ਕਿ ਸਾਨੂੰ ਵਕਤ ਦਿਓ, ਸਾਨੂੰ ਸਾਰੇ ਧਿਰਾਂ ਨੂੰ ਸੁਣ ਲੈਣ ਦਿਓ। ਜਦੋਂ ਅਸੀਂ ਸਾਰੇ ਧਿਰਾਂ ਨੂੰ ਸੁਣ ਲਿਆ, ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਵੀ ਵਾਰੀ ਆਉਣੀ ਆ। ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਕਿ 150 ਤੋਂ ਲਗਭਗ MLA ਮੰਤਰੀ ਜਾ ਚੁੱਕੇ ਨੇ। ਲਾਲ ਸਿੰਘ ਹੋਣਾ ਨੂੰ, ਸ਼ਮਸ਼ੇਰ ਸਿੰਘ ਦੁੱਲੋ ਹੋਣਾ ਨੂੰ, ਰਵਨੀਤ ਬਿੱਟੂ ਹੋਣਾ ਨੂੰ, ਵਿਜੇਂਦਰ ਸਿੰਗਲਾ ਹੋਣਾ ਨੂੰ, ਸਾਰਿਆਂ ਨੂੰ ਵੱਖਰੇ ਵੱਖਰੇ ਬੁਲਾ ਕੇ ਗੱਲਬਾਤ ਕੀਤੀ ਗਈ ਆ। ਜਦੋਂ ਸਾਰੇ ਧਿਰਾਂ ਨੂੰ ਬੁਲਾ ਲੈਣਗੇ, ਉਸ ਤੋਂ ਬਾਅਦ ਇੱਕ ਨਤੀਜੇ ਤੇ ਪਹੁੰਚਣਗੇ, ਫੇਰ ਹੀ ਫੈਸਲਾ ਲਿਆ ਜਾਊਗਾ ਨਾ। ਹੁਣ ਅਸੀਂ ਇਹ ਸਮਝਦੇ ਹਾਂ ਕਿ ਅੱਜ ਸਿੱਧੂ ਨੂੰ ਬੁਲਾ ਲਿਆ ਤੇ ਅੱਜ ਹੀ ਫੈਸਲਾ ਹੋ ਜੇ। ਫੈਸਲਾ ਤਾਂ ਹੋਣਾ। ਜਿਹੜੀਆਂ ਗੱਲਾਂ ਤੁਸੀਂ ਡਰੱਗਸ ਦੀਆਂ ਕਹਿ ਰਹੇ ਹੋ ਜਾਂ ਜਿਹੜੇ ਇਹਨਾਂ ਦੇ ਮਸਲਿਆਂ ਤੇ ਪੂਰੇ ਨਹੀਂ ਉਤਰੇ, ਇਸੇ ਕਰਕੇ ਤਾਂ ਰੌਲਾ ਪਿਆ। MLA ਨੇ ਕੀ ਕਿਹਾ ਉੱਥੇ ਕਿ ਜਿਹੜੇ ਅਸੀਂ ਵਾਅਦੇ ਕੀਤੇ ਅਸੀਂ ਪੂਰੇ ਨਹੀਂ ਕੀਤੇ, ਸਾਨੂੰ ਜਿਹੜੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਸ ਦਾ ਖਮਿਆਜ਼ਾ ਭੁਗਤਣਾ ਪਊਗਾ। ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਉਤਰੇ, ਚਾਹੇ ਉਹ ਡਰੱਗਸ ਦੇ ਹੋਣ, ਬੇਅਦਬੀ ਦੇ ਹੋਣ, ਬਹਿਬਲ ਕਲਾਂ ਗੋਲੀकांड ਹੋਵੇ, ਕੋਟਕਪੂਰਾ ਹੋਵੇ। ਇਹਨਾਂ ਸਾਰਿਆਂ ਮੁੱਦਿਆਂ ਤੇ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਘਿਰੀ ਹੋਈ ਆ। ਇਸੇ ਕਰਕੇ ਇਹ ਮੁੱਦਾ ਬਣਿਆ। ਸੋ ਹਾਈ ਕਮਾਂਡ ਦੇ ਕੋਲ ਵੀ ਤੇ ਇਹ ਸਾਰੀਆਂ ਗੱਲਾਂ। ਸੋ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਮੁੱਦਿਆਂ ਦਾ ਤਾਂ ਹੀ ਅਸਰ ਹੋਊਗਾ ਜਾਂ ਕੋਈ ਨਤੀਜਾ ਨਿਕਲੂਗਾ ਜਦੋਂ ਜਦੋਂ 8 ਜਾਂ 10 ਜੁਲਾਈ ਤੱਕ ਜੇ ਕਾਂਗਰਸ ਕਿਸੇ ਤਰ੍ਹਾਂ ਦਾ ਫੈਸਲਾ ਨਹੀਂ ਕਰਦੀ ਤਾਂ ਫਿਰ ਮੀਡੀਆ ਨੂੰ ਪੁੱਛਣ ਦਾ ਹੱਕ ਵੀ ਹੈ ਕਿ ਕੀ ਗੱਲ ਹੋ ਗਈ ਜੀ, ਹੁਣ ਤਾਂ 10 ਜੁਲਾਈ ਵੀ ਹੋ ਗਈ, ਹੁਣ ਕਿੱਧਰ ਨੂੰ ਜਾਣਾ ਤੁਸੀਂ? ਸੋ ਇਹ ਗੱਲਾਂ ਸਾਰੀ ਗੱਲਾਂ ਦੇ ਵਿੱਚ ਇੱਕ ਗੱਲ ਤੇ ਹੈਗੀ ਹੈ, ਜਿਹੜਾ ਪ੍ਰਗਟ ਸਿੰਘ ਉਹਨਾਂ ਨੇ ਝੰਡਾ ਚੱਕਿਆ ਸੀਗਾ ਜਾਂ ਜਿਹੜਾ ਚੰਨੀ ਉਹਨਾਂ ਦੇ ਖਿਲਾਫ ਵਿਮਨ ਕਮਿਸ਼ਨ ਨੇ ਜਿਹੜੀ ਐਕਸਰਸਾਈਜ਼ ਕੀਤੀ ਸੀਗੀ, ਮਨੀਸ਼ਾ ਗੁਲਾਟੀ ਉਹਨਾਂ ਨੇ ਇੱਥੇ ਤੱਕ ਇਹ ਐਲਾਨ ਕਰਤਾ ਸੀਗਾ ਕਿ ਉਹ ਮਟਕਾ ਚੌਂਕ ਦੇ ਵਿੱਚ ਧਰਨਾ ਲਾਉਣਗੀਆਂ। ਉਹ ਮਨੀਸ਼ਾ ਗੁਲਾਟੀ ਵੀ ਚੁੱਪ ਹੈ ਹੁਣ, ਔਰ ਉਹ ਪ੍ਰਗਟ ਸਿੰਘ ਉਹਨਾਂ ਦੇ ਜਿਹੜੇ ਐਲੀਗੇਸ਼ਨ ਸੀਗੇ ਵਿਜੀਲੈਂਸ ਨੂੰ ਉਹਨਾਂ ਦੇ ਮਗਰ ਪਾਇਆ, ਧਮਕੀ ਦਿੱਤੀ, ਉਹ ਸਾਰੀ ਗੱਲਾਂ ਤੇ ਮੈਨੂੰ ਲੱਗਦਾ ਹੈ ਦਰੀ ਥੱਲੇ ਦਬ ਕੇ ਰਹਿ ਗਈਆਂ। ਹੁਣ ਤੇ ਲੜਾਈ ਸਿੱਧੂ ਵਰਸਸ ਕੈਪਟਨ ਹੀ ਨਜ਼ਰ ਆਉਂਦੀ ਹੈ। ਜੇ ਸਿੱਧੂ ਹੋਣਾ ਔਰ ਕੈਪਟਨ ਹੋਣਾ ਇੱਕ ਦੂਜੇ ਨਾਲ ਕੰਮ ਕਰਨ ਵਾਸਤੇ ਰਾਜੀ ਹੋ ਗਏ ਤੇ ਜਿਹੜੇ ਬਾਕੀ ਮੰਤਰੀ ਸੀਗੇ, ਜਿਹੜੇ ਬਾਕੀ MLA ਸੀਗੇ ਜਿਨ੍ਹਾਂ ਨੇ ਕੈਪਟਨ ਦੇ ਉੱਤੇ ਐਲੀਗੇਸ਼ਨ ਲਾਏ, ਕੈਪਟਨ ਦੇ ਕੰਮ ਕਰਨ ਦੀ ਸਟਾਈਲ ਦੇ ਉੱਤੇ ਜਿਹੜਾ ਉਹਨੂੰ ਕ੍ਰਿਟੀਸਾਈਜ਼ ਕੀਤਾ, ਉਹਨਾਂ ਸਾਰੇ ਮੁੱਦਿਆਂ ਦਾ ਹੱਲ ਇਹਦੇ ਵਿੱਚੋਂ ਨਿਕਲ ਜਾਏਗਾ। ਦੇਖੋ, ਉਮੀਦ ਹੈਗੀ ਆ, ਕਿਉਂਕਿ ਹੱਲ ਨਹੀਂ ਨਿਕਲਦਾ ਹੁੰਦਾ। ਆਪਸ ਦੇ ਵਿੱਚ ਬੈਠ ਕੇ ਸਮਝੌਤਾ ਕਰਨਾ ਪੈਂਦਾ ਹੁੰਦਾ ਕਿ ਇਹਨਾਂ ਮੁੱਦਿਆਂ ਨੂੰ ਛੱਡੋ, ਹੁਣ ਆਪਾਂ ਇਕੱਠੇ ਹੋ ਕੇ ਇਲੈਕਸ਼ਨ ਲੜਨੀ ਆ। ਸਿੱਧੂ ਨੂੰ ਜੋ ਵੀ ਅਹੁਦਾ ਮਿਲੇ ਜਾਂ ਨਾ ਮਿਲੇ, ਇਹ ਬਾਕੀ ਲੋਕਾਂ ਨੂੰ ਜਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਮੰਨਣਾ ਪੈਣਾ।
ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਰੋਲ ਦਿੱਤਾ ਜਾਂਦਾ ਉਸ ਤੇ ਉਹਨਾਂ ਨੂੰ ਵੀ ਮੰਨਣਾ ਪੈਣਾ, ਜੋ ਜਾਂ ਪ੍ਰਤਾਪ ਸਿੰਘ ਬਾਜਵਾ ਨੂੰ ਜਾਂ ਸੁਨੀਲ ਜਾਖੜ ਨੂੰ ਜਾਂ ਜਿੰਨੇ ਵੀ ਵਿਅਕਤੀ ਨੇ ਜੇ ਮਿਲ ਕੇ ਆਏ, ਜੋ ਉਹਨਾਂ ਨੂੰ ਅਹੁਦੇ ਮਿਲਣਗੇ, ਜੋ ਜ਼ਿੰਮੇਵਾਰੀਆਂ ਮਿਲਣਗੀਆਂ, ਰਿਸਪੌਂਸਿਬਿਲਿਟੀਜ਼ ਮਿਲਣਗੀਆਂ, ਉਸ ਤੇ ਉਹਨਾਂ ਨੂੰ ਕੰਮ ਕਰਨਾ ਪੈਣਾ। ਜੇ ਉਸ ਤੋਂ ਬਾਵਜੂਦ ਵੀ ਜੇ ਕੋਈ ਧੜਾ ਨਹੀਂ ਮੰਨਦਾ ਜਾਂ ਕੋਈ ਖਾਸ ਵਿਅਕਤੀ ਨਹੀਂ ਮੰਨਦਾ ਤੇ ਫਿਰ ਉਹ ਆਪਣੀ ਰਾਜਨੀਤੀ ਆਪਣੇ ਆਪ ਤੈਅ ਕਰ ਸਕਦਾ। ਇਹ ਨਹੀਂ ਹੋਏਗਾ ਕਿ ਕਾਂਗਰਸ ਹਾਈ ਕਮਾਂਡ ਇਹ ਨਹੀਂ ਕਰੇਗੀ ਕਿ ਕੋਈ ਉਹਨਾਂ ਦੀ ਬਾਹ ਮਰੋੜ ਕੇ ਤੇ ਫਲਾਣੀ ਗੱਦੀ ਤੇ ਬਹਿ ਜੇ ਜਾਂ ਫਲਾਣਾ ਅਹੁਦਾ ਲੈ ਲੇ। ਇਹ ਨਾ ਤਾਂ ਉਹਨਾਂ ਨੂੰ ਸੂਟ ਕਰੇਗਾ, ਨਾ ਹੀ ਉਸ ਲੀਡਰ ਨੂੰ, ਕਿ ਜੇ ਕੋਈ ਇਹ ਕਰ ਵੀ ਲੈਂਦਾ ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਜਿਹੜੇ ਐਮਐਲਏ ਨੇ, ਕਾਂਗਰਸ ਦੇ ਵਰਕਰਸ ਨੇ ਜਾਂ ਪੁਰਾਣੇ ਵਰਕਰਸ ਨੇ, ਉਹਨੂੰ ਨਾ ਬਰਦਾਸ਼ਤ ਕਰਨ। ਸੋ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਰੱਖ ਕੇ ਇੱਕ ਸਹੀ ਫੈਸਲਾ ਲੈਣਾ। ਔਰ ਇਹ ਵੀ ਤੁਸੀਂ ਦੇਖ ਲਿਓ ਰਾਜੀਵ, ਕਿ ਜਿਹੜਾ ਵੀ ਫੈਸਲਾ ਆਏਗਾ ਉਹ ਤੁਹਾਨੂੰ ਲੱਗਦਾ ਕਿ ਸਾਰੇ ਧਿਰਾਂ ਨੂੰ ਮਨਜ਼ੂਰ ਹੋਏਗਾ? ਬਹੁਤ ਸਾਰੇ ਧਿਰ ਉਦੋਂ ਵੀ ਨਾਰਾਜ਼ ਹੋਣਗੇ। ਡਿਸਗਰੰਟਲ ਐਲੀਮੈਂਟ ਚਲੋ ਹਰੇਕ ਮਨਪ੍ਰੀਤ, ਜਿਹੜਾ ਫੈਸਲਾ ਆਏਗਾ ਸਾਨੂੰ ਇੰਤਜ਼ਾਰ ਹੈ 2 3 4 5 ਦਿਨਾਂ ਦਾ, ਜਿਹਦੇ ਵਿੱਚ ਕਿਹਾ ਜਾਂਦਾ ਹੈ ਵੀ ਕਾਂਗਰਸ ਦੇ ਵਿੱਚ ਜੋ ਕੁਝ ਗਲਤ ਚੱਲ ਰਿਹਾ ਹੈ, ਕਾਂਗਰਸ ਦੇ ਵਿੱਚ ਜਿਹੜੀ ਲੜਾਈਆਂ ਚੱਲ ਰਹੀਆਂ ਉਹਦਾ ਹੱਲ ਨਿਕਲ ਆਏਗਾ। ਹੁਣ ਆਪਾਂ ਵੱਧਦੇ ਹਾਂ ਦਿੱਲੀ ਵੱਲ। ਦਿੱਲੀ ਦੇ ਗਾਜੀਪੁਰ ਬਾਰਡਰ ਦੇ ਵਿੱਚ ਕਿਸਾਨਾਂ ਤੇ ਬੀਜੇਪੀ ਵਰਕਰਾਂ ਦੇ ਵਿੱਚ ਜਿਹੜੀ ਝੜਪ ਹੋਈ, ਉਸ ਤੋਂ ਪਹਿਲੇ ਵੀ ਕਈ ਵਾਰ ਇਹ ਕਿਹਾ ਗਿਆ ਕਿ ਖਾਸ ਕਰਕੇ ਸਿੰਘੂ ਬਾਰਡਰ ਤੇ ਜਾਂ ਟਿਕਰੀ ਬਾਰਡਰ ਤੇ ਉੱਥੇ ਲੋਕਲਸ ਨੇ ਧਮਕੀਆਂ ਦਿੱਤੀ ਕਿਸਾਨਾਂ ਨੂੰ ਕਿ ਜੇ ਤੁਸੀਂ ਫਲਾਣੀ ਡੇਟ ਤੱਕ ਇਹ ਖਾਲੀ ਨਹੀਂ ਕੀਤਾ ਤੇ ਅਸੀਂ ਤੁਹਾਡੇ ਖਿਲਾਫ ਐਕਸ਼ਨ ਲਵਾਂਗੇ, ਸੜਕਾਂ ਤੇ ਆਵਾਂਗੇ। ਕੁਝ ਝੜਪਾਂ ਹੋਈਆਂ ਵੀ, ਪਰ ਜਿਹੜੀ ਕੱਲ ਝੜਪ ਦੇਖਣ ਨੂੰ ਮਿਲੀ ਉਹ ਬੀਜੇਪੀ ਵਰਕਰਸ ਤੇ ਕਿਸਾਨਾਂ ਦੀ ਹੋਈ। ਔਰ ਜੋ ਲੱਗਦਾ ਹੈ ਕਿ ਜਿੱਥੇ ਬੀਜੇਪੀ ਫੇਲ ਨਜ਼ਰ ਆਉਂਦੀ ਹੈ ਜਾਂ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਵਿੱਚ ਫੇਲ ਨਜ਼ਰ ਆਉਂਦੀ ਹੈ, ਉੱਥੇ ਵਰਕਰਾਂ ਨੂੰ ਭੇਜ ਕੇ ਇਸ ਤਰ੍ਹਾਂ ਦੇ ਵਿਵਾਦ, ਇਸ ਤਰ੍ਹਾਂ ਦੀ ਕਨਫਲਿਕਟ ਪੈਦਾ ਕਰਨਾ, ਉਹ ਕਿੱਥੇ ਤੱਕ ਠੀਕ ਹੈਗਾ? ਮਨਪ੍ਰੀਤ, ਇਹਦੇ ਵਾਸਤੇ ਦੱਸੋ ਕਿ ਜਿਹੜਾ ਕੁਝ ਕੱਲ ਹੋਇਆ ਉਹ ਕਿਉਂ ਹੋਇਆ ਔਰ ਉਹਨੂੰ ਅਵੋਇਡ ਵੀ ਕੀਤਾ ਜਾ ਸਕਦਾ ਸੀ, ਉਹ ਅਵੋਇਡ ਕਿਉਂ ਨਹੀਂ ਕੀਤਾ ਗਿਆ? ਇਹ ਪਹਿਲੀ ਵਾਰੀ ਨਹੀਂ ਹੋਇਆ। ਯਾਦ ਕਰੋ 26 ਜਨਵਰੀ ਨੂੰ ਜਦੋਂ ਉਦੋਂ ਟਰੈਕਟਰ ਰੈਲੀ ਸੀ ਪੰਜਾਬ ਦੇ, ਜਾਂ ਵੱਖਰੇ ਵੱਖਰੇ ਪੂਰੇ ਭਾਰਤ ਦੇ ਕਿਸਾਨਾਂ ਨੇ ਰਲ ਕੇ, ਉੱਥੇ ਵੱਖਰੇ ਵੱਖਰੇ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚਾ ਨੇ ਇੱਕ ਟਰੈਕਟਰ ਰੈਲੀ ਕੱਢੀ ਸੀ। ਉਸ ਨੂੰ ਵੀ ਕਿਸ ਤਰ੍ਹਾਂ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਹੋਣ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ, ਇਹਨਾਂ ਨੇ ਦਿੱਲੀ ਪੁਲਿਸ ਹੋਵੇ, ਇਹਨਾਂ ਨੇ ਕਿਸ ਤਰ੍ਹਾਂ ਹਾਈਜੈਕ ਕਰਕੇ ਉਸ ਨੂੰ ਸਾਰੇ ਨੂੰ ਟਵਿਸਟ ਕਰਕੇ ਇਸ ਤਰ੍ਹਾਂ ਬਣਾਤਾ ਜਿਸ ਤਰ੍ਹਾਂ ਕਿਸਾਨ ਸਿਰਫ ਉੱਥੇ ਹਿੰਸਾ ਕਰਨ ਗਏ ਨੇ ਜਾਂ ਲਾਲ ਕਿਲੇ ਤੇ ਝੰਡਾ ਲਹਿਰਾਉਣ ਗਏ ਨੇ, ਜਦ ਕਿ ਇਹੋ ਜਿਹੀ ਸਥਿਤੀ ਹੈ ਨਹੀਂ ਸੀ। ਉਸ ਤੋਂ ਬਾਅਦ ਕੀ ਹੁੰਦਾ, ਸਿੰਘੂ ਬਾਰਡਰ ਤੇ ਯਾਦ ਕਰੋ ਕੁਝ ਬੰਦੇ ਭੇਜੇ ਜਾਂਦੇ ਆ, ਇਹ ਕਹਿ ਕੇ ਭੇਜੇ ਜਾਂਦੇ ਆ ਕਿ ਇਹ ਤਾਂ ਜੀ ਲਾਗਲੇ, ਕਿਉਂਕਿ ਸਿੰਘੂ ਬਾਰਡਰ ਤੁਸੀਂ ਦੇਖੋ ਕਿ ਸੋਨੀਪਤ ਦੇ ਵਿੱਚ ਆ, ਉੱਥੇ ਇਹ ਕਹਿ ਕੇ ਭੇਜੇ ਜਾਂਦੇ ਆ ਕਿ ਇਹ ਲੋਕ ਬੜੇ ਤੰਗ ਆ, ਸੜਕਾਂ ਬੰਦ ਆ, ਇਹ ਇਸ ਕਰਕੇ ਆਇਆ ਕਿ ਇੱਥੋਂ ਦੀਆਂ ਜਿਹੜੀਆਂ ਸੜਕਾਂ ਖਾਲੀ ਕਰਨ। ਬਾਅਦ ਚੋਂ ਕੌਣ ਨਿਕਲਦੇ ਨੇ? ਉਹ ਵੀ ਬੀਜੇਪੀ ਦੇ ਵਰਕਰਸ ਨਿਕਲਦੇ ਨੇ, ਇਨਵੈਸਟੀਗੇਸ਼ਨ ਹੁੰਦੀ ਹੈ ਉਹਦੀ। ਔਰ ਦਿੱਲੀ ਪੁਲਿਸ ਆ ਜਿਹੜੀ, ਉਹ ਬਿਲਕੁਲ ਮੂਕ ਦਰਸ਼ਕ ਬਣ ਕੇ ਖੜੀ ਰਹਿੰਦੀ ਹੈ। ਮੈਂ ਤੁਹਾਨੂੰ 26 ਤੋਂ ਬਾਅਦ 27 28 ਜਨਵਰੀ ਦੀ ਗੱਲ ਕਰਦਾ, ਬੜੀ ਮੁਸ਼ਕਲ ਦੇ ਨਾਲ ਉਸ ਟਾਈਮ ਜਦੋਂ ਵੱਟੇ ਮਾਰੇ ਗਏ ਸੀ, ਪੱਥਰ ਮਾਰੇ ਗਏ ਸੀ, ਉਸ ਟਾਈਮ ਵੀ ਬਹੁਤ ਸਾਰੇ ਕਿਸਾਨ ਜਿਹੜੇ ਇੰਜਰਡ ਹੋਏ ਸੀ। ਇਸ ਗੱਲ ਦਾ ਜਦੋਂ ਪਤਾ ਲੱਗਿਆ ਸੀ, ਫਿਰ ਬੀਜੇਪੀ ਜਾਂ ਉਸ ਦੇ ਵਰਕਰ ਚੁੱਪ ਕਰਕੇ ਬਹਿ ਗਏ ਸੀ। ਹੁਣ ਜਿਹੜੀ ਕੱਲ ਦੀ ਗੱਲ ਤੁਹਾਨੂੰ ਮੈਂ ਦੱਸਦਾ, ਗਾਜ਼ੀਪੁਰ ਬਾਰਡਰ ਤੇ ਜਿੱਥੇ ਬਹੁਤ ਦਿਨਾਂ ਤੋਂ ਕਿਸਾਨਾਂ ਨੇ ਧਰਨਾ ਲਾਇਆ ਹੋਇਆ, ਉੱਥੇ ਬਿਲਕੁਲ 50 ਮੀਟਰ ਤੇ ਦੂਰੀ ਤੇ ਬੀਜੇਪੀ ਦੇ ਵਰਕਰਸ ਤੇ ਆਰਐਸਐਸ ਦੇ ਇਸ ਤਰ੍ਹਾਂ ਦੇ ਕੁਝ ਬੰਦੇ ਆ, ਉਹਨਾਂ ਨੇ ਆ ਕੇ ਉਹਨਾਂ ਨੂੰ ਇੱਕ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ। ਕਿਸੇ ਖਾਸ ਵਿਸ਼ੇਸ਼ ਵਿਅਕਤੀ ਨੂੰ ਉੱਥੇ ਸਨਮਾਨਿਤ ਕਰਨਾ ਸੀ, ਔਰ ਉਹਦੀ ਦੂਰੀ ਜਿੱਥੇ ਕਿਸਾਨ ਬੈਠੇ ਹੋਏ ਸੀ ਸਿਰਫ 50 ਮੀਟਰ ਦੀ ਸੀ। ਤੁਸੀਂ ਆਪ ਦੇਖੋ, ਜੇ ਪੁਲਿਸ ਉੱਥੇ ਇਸ ਤਰ੍ਹਾਂ ਦੇ ਪ੍ਰਬੰਧ ਕਰਦੀ ਹੈ ਜਾਂ ਇਸ ਦੀ ਇਜਾਜ਼ਤ ਦਿੰਦੀ ਆ, ਤੇ ਇੱਥੋਂ ਪਤਾ ਲੱਗਦਾ ਕਿ ਕੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੰਨੀ ਨੇੜੇ ਬੈਠ ਕੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਦਾ ਟਕਰਾਅ ਹੋ ਸਕਦਾ। ਇਹ ਵਿਅਕਤੀ ਉੱਥੇ ਪਹੁੰਚਦੇ ਨੇ ਔਰ ਉਹਨਾਂ ਕੋਲੇ ਬੈਨਰਸ ਹੁੰਦੇ ਆ, ਨਾਅਰੇ ਲਾਉਂਦੇ ਨੇ ਕਿ ਇਹ ਤਾਂ ਦੇਸ਼ ਦੇ ਗੱਦਾਰ ਨੇ, ਇਹ ਅੱਤਵਾਦੀ ਨੇ, ਇਹ ਖਾਲਿਸਤਾਨੀ ਨੇ। ਅੱਗੋਂ ਜਿਹੜੇ ਕਿਸਾਨ ਆ ਉਹ ਝੰਡੇ ਕਾਲੇ ਦਿਖਾਉਂਦੇ ਆ, ਬਾਅਦ ਦੇ ਵਿੱਚ ਡਾਂਗੋ ਡਾਂਗੀ ਹੋ ਜਾਂਦੇ ਆ, ਆਪਸ ਦੇ ਵਿੱਚ ਕੁੱਟਮਾਰ ਹੁੰਦੀ ਆ, ਜਿਸ ਦੇ ਵਿੱਚ 5 ਕਿਸਾਨ ਜ਼ਖਮੀ ਵੀ ਹੋ ਜਾਂਦੇ ਨੇ। ਉਸ ਤੋਂ ਬਾਅਦ ਜਾ ਕੇ ਦੋਨੇ ਧਿਰਾਂ ਇੱਕ ਦੂਸਰੇ ਦੇ ਖਿਲਾਫ ਕੇਸ ਦਰਜ ਕਰਾਉਂਦੀਆਂ। ਤੁਸੀਂ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੋ ਰਾਜੀਵ ਜੀ, ਕਿ ਬੇਸਿਕਲੀ ਇਹ ਜਿਹੜੀ ਬੀਜੇਪੀ ਸਰਕਾਰ ਆ ਜਾਂ ਕੇਂਦਰ ਦੀ ਸਰਕਾਰ ਇਹ ਚਾਹੁੰਦੀ ਸੀ ਕਿ ਜਿਹੜੇ ਕਿਸਾਨ ਆ ਉਹ ਅੱਕ ਜਾਣ, ਥੱਕ ਜਾਣ। ਉਹ ਨਹੀਂ ਥੱਕੇ, ਲੱਗਦਾ ਕਿ ਆਪ ਫਰਸਟ੍ਰੇਟ ਹੋ ਗਿਆ। ਤੁਸੀਂ ਸੁਪਰੀਮ ਕੋਰਟ ਦੀ ਗੱਲ ਵੀ ਇਹ 'ਚ ਯਾਦ ਰੱਖੋ। ਸੁਪਰੀਮ ਕੋਰਟ ਦੇ ਵਿੱਚ ਜਦੋਂ ਪਟੀਸ਼ਨਸ ਪਾਈਆਂ ਗਈਆਂ ਸੀ, ਉਦੋਂ ਇਹ ਗੱਲ ਕਹੀ ਗਈ ਸੀ ਕਿ ਇਹਨਾਂ ਨੇ ਸੜਕਾਂ ਰੋਕੀਆਂ ਹੋਈਆਂ, ਆਮ ਲੋਕ ਬਹੁਤ ਤੰਗ ਨੇ, ਖਾਸ ਤੌਰ ਤੇ ਲੋਕਲ ਲੋਕ। ਤੇ ਸੁਪਰੀਮ ਕੋਰਟ ਨੇ ਉਦੋਂ ਇਸ ਗੱਲ ਤੇ ਇੰਟਰਵੀਨ ਕਰਨ ਤੇ ਮਨਾ ਕਰਤਾ ਸੀ ਕਿ ਇਹ ਲਾਅ ਐਂਡ ਆਰਡਰ ਪ੍ਰੋਬਲਮ ਆ, ਤੁਸੀਂ ਦੱਸੋ ਸਾਨੂੰ ਕੀ ਚਾਹੀਦਾ, ਕਿਉਂਕਿ ਸੁਪਰੀਮ ਕੋਰਟ ਨੇ ਆਰਡਰ ਨਹੀਂ ਸੀ ਕੀਤੇ। ਔਰ ਕਿਸਾਨਾਂ ਦਾ ਹਮੇਸ਼ਾ ਮੰਨਣਾ ਕਿ ਅਸੀਂ ਤਾਂ ਰਾਮਲੀਲਾ ਮੈਦਾਨ 'ਚ ਜਾ ਰਹੇ ਸੀ, ਅਸੀਂ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਨਾ, ਇੱਥੇ ਜਿਹੜੀ ਬੈਰੀਕੇਡਿੰਗ ਕੀਤੀ ਹੈ, ਸੜਕਾਂ ਰੋਕੀਆਂ, ਉਹ ਦਿੱਲੀ ਪੁਲਿਸ ਨੇ ਰੋਕੀਆਂ, ਅਸੀਂ ਨਹੀਂ ਰੋਕੀਆਂ, ਸਾਨੂੰ ਅੱਜ ਵੀ ਜਾ ਲੈਣ ਦਿਓ।
ਤੁਹਾਨੂੰ ਯਾਦ ਕਰੋ, ਨਹੀਂ, ਤੁਸੀਂ ਪਰ ਸੀਏ ਦੇ ਪਰ ਜਿਸ ਪ੍ਰੋਟੈਸਟ, ਮੈਂ ਤਰੀਕੇ ਇੱਕ ਗੱਲ ਕਰਕੇ ਖਤਮ ਕਰਦਾ, ਸੀਏ ਦੇ ਪ੍ਰੋਟੈਸਟ ਹੋਏ ਸੀ, ਉਦੋਂ ਵੀ ਬੈਰੀਕੇਡਿੰਗ ਦਿੱਲੀ ਪੁਲਿਸ ਨੇ ਕੀਤੀ ਸੀ, ਨਾ ਕਿ ਉੱਥੋਂ ਦੇ ਜਿਹੜੇ ਔਰਤਾਂ ਸੀ ਸ਼ਹੀਨ ਬਾਗ ਦੀਆਂ, ਉਹਨਾਂ ਨੇ ਨਹੀਂ ਸੀ ਸੜਕਾਂ ਰੋਕੀਆਂ ਜੀ। ਮਨਪ੍ਰੀਤ, ਬੀਜੇਪੀ ਇੱਕ ਟਰਮ ਯੂਜ਼ ਕਰਦੀ ਹੈ, ਸਰਜੀਕਲ ਸਟ੍ਰਾਈਕ। ਹੂੰ ਕਿਸਾਨੀ ਮੁੱਦੇ ਦੇ ਉੱਤੇ ਕਈ ਤਰੀਕੇ ਨਾਲ ਔਰ ਕਈ ਵਾਰ ਉਹ ਫੇਲ ਹੋਏ, ਭਾਵੇਂ ਇਹਨਾਂ ਨੂੰ ਉਠਾਉਣ ਦਾ ਮੁੱਦਾ ਹੋਏ, ਭਾਵੇਂ ਇਹਨਾਂ ਨੂੰ ਬੁਲਾ ਕੇ ਮੀਟਿੰਗ ਕਰਨ ਦਾ ਮੁੱਦਾ ਹੋਏ। 11 ਗੇੜੇ ਦੀ ਮੀਟਿੰਗ ਹੋ ਚੁੱਕੀ ਹੈ, ਹਜੇ ਤੱਕ ਕੁਝ ਨਹੀਂ ਹੋਇਆ। ਕੱਲ ਦਾ ਜਿਹੜਾ ਅਟੈਕ, ਕੱਲ ਦੀ ਲੜਾਈ, ਕੱਲ ਦਾ ਕਨਫਲਿਕਟ ਕਿਤੇ ਕਿਸਾਨੀ ਸੰਘਰਸ਼ ਦੇ ਉੱਤੇ ਸਰਜੀਕਲ ਸਟ੍ਰਾਈਕ ਤੇ ਨਹੀਂ ਸੀਗਾ ਬੀਜੇਪੀ ਦਾ। ਇਸ ਬਾਰੇ ਤੁਸੀਂ ਦੱਸੋ ਕਿ ਕਿਸੇ ਤਰੀਕੇ ਨਾਲ ਕਨਫਲਿਕਟ ਪੈਦਾ ਕਰਕੇ, ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਕਰਕੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਇੱਕ ਹੋਰ ਚਾਲ ਬੀਜੇਪੀ ਦੀ ਤੇ ਨਹੀਂ ਸੀ ਹੈ? ਤੁਸੀਂ ਇਸ ਬਾਰੇ ਦੱਸੋ। ਬੀਜੇਪੀ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਚਾਲਾਂ ਖੇਡ ਰਹੀ ਹੈ। ਤੁਸੀਂ ਦੱਸੋ, ਪਿਛਲੇ ਦਿਨਾਂ ਦੇ ਵਿੱਚ ਸੋਮ ਪ੍ਰਕਾਸ਼ ਜਿਹੜੇ ਉਹ 11 ਦੌਰ ਦੀ ਗੱਲ ਦੇ ਵਿੱਚ ਖੁਦ ਸ਼ਾਮਿਲ ਆ, ਖੁਦ ਕੇਂਦਰੀ ਮੰਤਰੀ ਆ, ਉਹਨਾਂ ਦਾ ਬਿਆਨ ਆਉਂਦਾ ਕਿ ਅਸੀਂ ਬਿਨਾਂ ਸ਼ਰਤ ਗੱਲ ਕਰਨ ਤੋਂ ਤਿਆਰ ਆ। ਖੇਤੀਬਾੜੀ ਮੰਤਰੀ ਨੇ ਕੇਂਦਰ ਦੇ, ਨਰਿੰਦਰ ਸਿੰਘ ਤੋਮਰ, ਉਹਨਾਂ ਦਾ ਬਿਆਨ ਆਉਂਦਾ ਕਿ ਅਸੀਂ ਕੁਝ ਸ਼ਰਤਾਂ ਨਾਲ ਗੱਲ ਕਰਾਂਗੇ, ਖੇਤੀਬਾੜੀ ਕਾਨੂੰਨ ਤਾਂ ਅਸੀਂ ਵਾਪਸ ਨਹੀਂ ਲੈਣੇ। ਅੱਜ ਮਨੋਹਰ ਲਾਲ ਖੱਟਰ ਉਹਨਾਂ ਦਾ ਬਿਆਨ ਆਉਂਦਾ, ਜਿਹੜੇ ਮੁੱਖ ਮੰਤਰੀ ਨੇ ਹਰਿਆਣੇ ਦੇ, ਕਿ ਖੇਤੀਬਾੜੀ ਕਾਨੂੰਨ ਤਾਂ ਵਾਪਸ ਨਹੀਂ ਹੋਣੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ 'ਚ ਕਹਿੰਦੇ ਨੇ, ਪਾਰਲੀਮੈਂਟ 'ਚ, ਕਿ ਇਹ ਤਾਂ ਅੰਦੋਲਨ ਪਵਿੱਤਰ ਹੀ ਬਹੁਤ ਆ, ਮੈਨੂੰ ਤਾਂ ਹਮਦਰਦੀ ਬਹੁਤ ਆ। ਇਹ ਇੰਨੇ ਵੱਖਰੇ ਵੱਖਰੇ ਬਿਆਨ ਨੇ। ਔਰ ਅਮਿਤ ਸ਼ਾਹ ਦੀ ਇੱਕ ਮੀਟਿੰਗ ਯਾਦ ਕਰੋ, ਜਿਹੜੀ ਦਸੰਬਰ ਦੇ ਵਿੱਚ ਹੋਈ ਸੀ, ਜਦੋਂ ਉਹਨਾਂ ਨੇ ਮਾਫੀ ਮੰਗੀ ਸੀ ਕਿਸਾਨਾਂ ਤੋਂ ਕਿ ਸਾਨੂੰ ਤੁਹਾਡੇ ਨਾਲ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਸੀ, ਤੁਸੀਂ ਕਿਉਂਕਿ ਸਟੇਕ ਹੋਲਡਰਸ ਹੋ, ਸਾਡੇ ਤੋਂ ਇਹ ਗਲਤੀ ਹੋਈ। ਉਹਨਾਂ ਦੀ ਗਲਤੀ ਕਿੱਥੇ ਗਈ, ਮਾਫੀ ਕਿੱਥੇ ਗਈ? ਸੋ ਬੇਸਿਕਲੀ ਗੱਲ ਆ, ਬੀਜੇਪੀ ਨੂੰ ਪਤਾ ਕਿ ਵੈਸਟ ਬੰਗਾਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਉਹ ਚੋਣਾਂ ਹਾਰੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ, ਉੱਤਰਾਖੰਡ ਦੇ ਵਿੱਚ ਚੋਣਾਂ, ਪੰਚਾਇਤ ਦੀਆਂ ਇਲੈਕਸ਼ਨਾਂ ਦੇ ਵਿੱਚ ਜਿਸ ਬੁਰੀ ਤਰ੍ਹਾਂ ਬੀਜੇਪੀ ਹਾਰੀ ਆ, ਖਾਸ ਤੌਰ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ, ਵੈਸਟਰਨ ਯੂਪੀ ਦੇ ਵਿੱਚ, ਉਹਨਾਂ ਨੂੰ ਬਹੁਤ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਔਰ ਦੂਸਰੇ ਪਾਸੇ ਦੇਖੋ ਰਾਜੀਵ, ਮਹਾਪੰਚਾਇਤਾਂ ਹੋ ਰਹੀਆਂ ਨੇ, ਐਡੀਆਂ ਵੱਡੀਆਂ ਵੱਡੀਆਂ ਮਹਾਪੰਚਾਇਤਾਂ ਹੋ ਰਹੀਆਂ ਨੇ ਹਰਿਆਣੇ ਦੇ ਵਿੱਚ। ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬੁਖਲਾ ਗਏ ਨੇ ਕਿ ਸਾਨੂੰ ਇਹਦਾ ਪੋਲੀਟੀਕਲ ਨੁਕਸਾਨ ਬਹੁਤ ਹੋਣਾ। ਸੋ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਉਹ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਡਰਾ ਕੇ, ਥਕਾ ਕੇ, ਧਮਕਾ ਕੇ ਇਹਨਾਂ ਨੂੰ ਇੱਥੋਂ ਖਦੇੜ ਦਿਓ, ਪਰ ਕਿਸਾਨ ਇੱਥੋਂ ਜਾਣ ਵਾਲੇ ਨਹੀਂ। ਕਿਉਂਕਿ ਇਸ ਟਾਈਮ ਜਿਹੜਾ ਅੰਦੋਲਨ ਆ ਉਹ ਬਹੁਤ ਮਜ਼ਬੂਤੀ ਨਾਲ ਖੜਾ, ਔਰ ਜਿਹੜੇ ਕਿਸਾਨਾਂ ਦੇ ਹੌਸਲੇ ਬੁਲੰਦ ਨੇ, ਉਹ ਇੱਥੋਂ ਜਾਣ ਵਾਲੇ ਨਹੀਂ ਆ ਜੀ। ਮਜ਼ਬੂਤੀ ਨਾਲ ਅੰਦੋਲਨ ਖੜਾ ਹੈ, ਔਰ ਅੰਦੋਲਨ ਨੂੰ ਸਪੋਰਟ ਤੁਹਾਨੂੰ ਪਤਾ ਕੈਨੇਡਾ ਤੋਂ ਵੀ ਮਿਲੀ ਸੀਗੀ। ਉਹ ਕੈਨੇਡਾ ਜਿੱਥੇ ਪੰਜਾਬੀ ਬੜੀ ਤਾਦਾਦ ਦੇ ਵਿੱਚ ਰਹਿੰਦੇ ਨੇ, ਔਰ ਉਹ ਕੈਨੇਡਾ ਜਿੱਥੇ ਠੰਡੀਆਂ ਹਵਾਵਾਂ ਦਾ ਜ਼ਿਕਰ ਹਮੇਸ਼ਾ ਹੁੰਦਾ ਹੈ, ਪਰ ਉਹ ਠੰਡੀਆਂ ਹਵਾਵਾਂ ਉਹ ਹੁਣ ਕੈਨੇਡਾ ਦੇ ਵਿੱਚ ਕਹਿੰਦੇ ਗਰਮੀ ਬੜੀ ਪੈ ਰਹੀ ਹੈ। ਜਿੰਨੀ ਪੰਜਾਬ ਦੇ ਵਿੱਚ ਗਰਮੀ ਨਹੀਂ ਹੈ, ਉਸ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਹੈ। ਤੁਸੀਂ ਤਾਂ ਕੈਨੇਡਾ ਰਹਿ ਕੇ ਆਏ ਹੋ, ਕੀ ਮੌਸਮ ਦਾ ਹਾਲ ਕੀ ਹੈ ਕੈਨੇਡਾ ਦਾ? ਬਿਲਕੁਲ ਤੁਹਾਡੀ ਗੱਲ ਠੀਕ ਆ। ਉੱਥੇ ਰਾਜੀਵ ਠੰਡੀਆਂ ਹਵਾਵਾਂ ਨਹੀਂ ਹੁੰਦੀਆਂ, ਉੱਥੇ ਕੋਲਡ ਐਂਡ ਬਿਟਰ ਨਾਈਟਸ ਹੁੰਦੀਆਂ। ਇੰਨੀ ਕਿ ਠੰਡ ਪੈਂਦੀ ਹੈ ਕੈਨੇਡਾ ਦੇ ਵਿੱਚ, ਖਾਸ ਤੌਰ ਤੇ ਜਿਹੜੇ ਮੈਂ ਤੁਹਾਨੂੰ ਕੁਝ ਪ੍ਰੋਵਿੰਸਿਸ ਦਾ ਨਾਮ ਦੱਸਦਾ, ਜਿਸ ਤਰ੍ਹਾਂ ਤੁਸੀਂ ਅਲਬਰਟਾ ਕਹਿ ਲਓ, ਸਸਕੈਚੁਅਨ ਕਹਿ ਲਓ, ਮੈਨੀਟੋਬਾ ਕਹਿ ਲਓ, ਜਾਂ ਅੰਟਾਰੀਓ ਕਹਿ ਲਓ, ਕਿਬੈਕ ਕਹਿ ਲਓ, ਇਹਨਾਂ ਸਾਰਿਆਂ ਦੇ ਵਿੱਚ ਬਹੁਤ ਭਾਰੀ ਠੰਡ ਪੈਂਦੀ ਆ। ਔਰ ਜਿਹੜਾ ਟੈਂਪਰੇਚਰ ਆ ਉੱਥੇ -45, -50, -55 ਤੱਕ ਪਹੁੰਚ ਜਾਂਦਾ। ਔਰ ਜਿੱਥੋਂ ਤੱਕ BC ਬ੍ਰਿਟਿਸ਼ ਕੋਲੰਬੀਆ ਦਾ ਸਵਾਲ ਆ, ਉੱਥੇ ਥੋੜਾ ਮੋਡਰੇਟ ਟੈਂਪਰੇਚਰ ਰਹਿੰਦਾ, ਕਿਉਂਕਿ ਉਹ ਜਿਹੜੀ ਉੱਥੇ ਸਮੁੰਦਰ ਵੀ ਆ, ਉੱਥੇ ਪਹਾੜ ਵੀ ਨੇ। ਕਲਾਈਮੇਟ ਉੱਥੋਂ ਦਾ ਥੋੜਾ ਜਿਹਾ ਬਾਕੀ ਸੂਬਿਆਂ ਦੇ ਨਾਲੋਂ ਕਾਫੀ ਵੱਖਰਾ, ਮੋਡਰੇਟ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ, ਉੱਥੇ ਰਹਿੰਦਾ। ਇਸੇ ਕਰਕੇ ਮੈਕਸਿਮਮ ਲੋਕ ਉੱਥੇ ਸੈਟਲ ਵੀ ਹੋਣਾ ਚਾਹੁੰਦੇ ਆ। ਵੈਸੇ BC ਦੀ ਪੋਪੂਲੇਸ਼ਨ ਮੈਂ ਤੁਹਾਨੂੰ ਦੱਸਦਾ ਸਿਰਫ 5 ਮਿਲੀਅਨ ਆ, 50 ਲੱਖ ਲੋਕ ਰਹਿੰਦੇ ਆ। ਆਪਾਂ ਆਉਂਦੇ ਆ ਵਾਪਸ ਹੀਟ ਵੇਵ ਤੇ। ਦੇਖੋ, ਬੜੇ ਅਨਪ੍ਰੈਸੀਡੈਂਟ ਵੇ ਨਾਲ, ਕਿਉਂਕਿ ਕਦੇ ਹੋਇਆ ਨਹੀਂ, ਔਰ ਉਹਦੀ ਵੀ ਮੈਂ ਤੁਹਾਨੂੰ ਹਿਸਟਰੀ ਦੱਸੂਗਾ। ਪਿਛਲੇ 3-4 ਦਿਨਾਂ ਤੋਂ ਹੀਟ ਵੇਵ ਚੱਲ ਰਹੀ ਆ, ਬਹੁਤ ਲੂ ਜਿਵੇਂ ਆਪਣੇ ਚੱਲਦੀ ਆ। ਔਰ ਉੱਥੋਂ ਦਾ ਟੈਂਪਰੇਚਰ, ਲੇਟਨ ਇੱਕ ਜਗ੍ਹਾ BC ਦੇ ਵਿੱਚ, ਬ੍ਰਿਟਿਸ਼ ਕੋਲੰਬੀਆ, ਤੁਸੀਂ ਦੇਖੋ 49.6 ਡਿਗਰੀ ਸੈਲਸੀਅਸ, 49.6 ਡਿਗਰੀ। ਆਪਾਂ ਪੰਜਾਬ 'ਚ ਵੀ ਨਹੀਂ ਸੋਚ ਸਕਦੇ ਕਿ ਪਿਛਲੇ ਦਿਨਾਂ ਦੇ ਵਿੱਚ 42 ਤੇ 43 ਡਿਗਰੀ ਆਪਣਾ ਟੈਂਪਰੇਚਰ ਗਿਆ। ਔਰ ਜਿਸ ਤਰ੍ਹਾਂ ਦੀ ਹਿਊਮਿਡਿਟੀ ਇੱਥੇ ਆ, ਆਪਾਂ ਨੂੰ ਆਪਣੇ ਤੋਂ ਬਰਦਾਸ਼ਤ ਨਹੀਂ ਹੁੰਦੀ। ਔਰ ਦੂਸਰੀ ਗੱਲ ਮੈਂ ਤੁਹਾਨੂੰ ਦੱਸਾਂ, ਇਸ ਨਾਲ ਪਿਛਲੇ 3-4 ਦਿਨਾਂ ਦੇ ਵਿੱਚ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ 233 ਦੇ ਕਰੀਬ, ਅੱਜ ਕੁਝ ਅਖਬਾਰਾਂ ਨੇ ਇਸ ਬਾਰੇ ਜ਼ਿਕਰ ਵੀ ਕੀਤਾ, 233 ਦੇ ਕਰੀਬ ਉੱਥੇ ਮੌਤਾਂ ਦਰਜ ਹੋਈਆਂ। ਇਹ ਹਾਲਾਤ ਨੇ ਅਜੀਬ। ਜਦੋਂ ਅੱਜ ਆਪਾਂ ਗੱਲ ਕਰ ਰਹੇ ਨੇ, ਅੱਜ 1 ਜੁਲਾਈ ਆ, ਕੈਨੇਡਾ ਡੇ ਵੀ ਆ, ਠੀਕ ਆ। ਉਹ ਇਹ ਸੋਚ ਰਹੇ ਨੇ ਕਿ ਹੁਣ ਅਸੀਂ ਕੈਨੇਡਾ ਡੇ ਮਨਾਈਏ। ਖੈਰ, ਉਹਦੇ ਕਾਰਨ ਹੋਰ ਨੇ। ਥੋੜਾ ਜਿਹਾ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਉੱਥੇ ਇਸ ਤਰ੍ਹਾਂ ਦਾ ਜਿਹੜਾ ਟੈਂਪਰੇਚਰ ਸੀ 45 ਡਿਗਰੀ ਸਨ 1937 ਦੇ ਵਿੱਚ ਸਸਕੈਚੁਅਨ ਜਗ੍ਹਾ, ਉੱਥੇ ਉਸ ਟਾਈਮ ਦਰਜ ਹੋਇਆ ਸੀ, ਜਾਂ 1961 ਦੇ ਵਿੱਚ ਲਗਭਗ 43.5 ਡਿਗਰੀ ਸੈਲਸੀਅਸ ਦਰਜ ਹੋਇਆ ਸੀ।
ਇੰਨੇ ਬੁਰੇ ਹਾਲ ਆ। ਔਰ ਉੱਥੇ ਇੱਕ ਹੋਰ ਤੁਹਾਨੂੰ ਮੈਂ ਦੱਸਦਾ, ਉੱਥੇ ਲੋਕਾਂ ਨੂੰ ਆਮ ਤੌਰ ਤੇ ਪੱਖੇ ਲਾਉਣ ਦੀ ਵੀ ਆਦਤ ਨਹੀਂ ਹੈ। ਏਸੀ ਤਾਂ ਤੁਸੀਂ ਦੂਰ ਛੱਡੋ। ਹੁਣ ਹਾਲਾਤ ਇਹ ਬਣ ਗਿਆ ਕਿ ਪੱਖੇ ਉੱਥੇ ਕੰਮ ਨਹੀਂ ਕਰ ਰਹੇ। 에ਅਰ ਕੰਡੀਸ਼ਨਰਸ ਆ ਜਿਹੜੇ 2-2 300 ਡਾਲਰਸ ਦੇ ਸੀ, ਕੈਨੇਡੀਅਨ ਡਾਲਰਸ, ਉਹ ਇਸ ਟਾਈਮ ਬਲੈਕ ਦੇ ਵਿੱਚ 2-2 ਹਜ਼ਾਰ ਡਾਲਰਸ ਦੇ ਵਿਕ ਰਹੇ ਨੇ। ਇੰਨੇ ਹਾਲਾਤ ਉੱਥੇ ਬੁਰੇ ਆ। ਲੇਕਿਨ ਪਤਾ ਹੁਣ ਲੱਗਾ ਕਿ ਪਿਛਲੇ ਇੱਕ ਦਿਨ ਤੋਂ ਸ਼ਾਇਦ ਕੁਝ ਰਾਹਤ ਮਿਲੀ ਆ ਮੌਸਮ ਦੇ ਵਿੱਚ, ਕਿਸੇ ਨਾ ਕਿਸੇ ਤਰ੍ਹਾਂ ਦੀ ਕੁਝ ਤਬਦੀਲੀ ਆ ਰਹੀ ਹੈ। ਜੀ ਰਾਜੀ, ਪਹਿਲੇ ਵੀ ਇੰਨੀ ਗਰਮੀ ਪੈਂਦੀ ਸੀ ਉੱਥੇ, ਪਹਿਲੀ ਵਾਰ ਐਤਕੀ ਪਈ ਹੈ 49 ਡਿਗਰੀ ਤੁਸੀਂ ਜਦ ਕਹਿੰਦੇ ਹੋ? ਕੱਲ 43 44 ਡਿਗਰੀ ਸੀਗਾ। ਜੇ ਮੈਂ ਬਾਹਰ ਗਿਆ, ਮੈਨੂੰ ਪਤਾ ਹੈ ਕਿ ਵੀ ਅੱਧਾ 1 ਘੰਟਾ ਵੀ ਬਾਹਰ ਰਹਿਣ ਦੇ ਵਿੱਚ ਕਿੰਨੀ ਕੁ ਮੁਸੀਬਤ ਤੇ ਕਿੰਨਾ ਕੁ ਪਸੀਨਾ ਆਇਆ ਸੀਗਾ। 49 ਡਿਗਰੀ ਤੇ ਸੁਣਦੇ ਹੀ ਐਦਾਂ ਲੱਗਦਾ ਵੀ ਕੈਨੇਡਾ ਵਰਗੀ ਜਗ੍ਹਾ, ਜਿੱਥੇ ਸਾਡੇ ਮੁੰਡੇ ਸਾਡੇ ਬੱਚੇ ਜਾਣ ਨੂੰ ਫਿਰਦੇ ਨੇ ਕਿ ਵੀ ਕੈਨੇਡਾ ਜਾਣਾ ਹੈ, ਉੱਥੇ ਇੰਨੀ ਗਰਮੀ ਹੈ ਤਾਂ ਹੋਊਗਾ ਕੀ? ਇਹ ਪਹਿਲੀ ਵਾਰ ਗਰਮੀ ਪਈ ਹੈ ਜਾਂ ਹਰ ਸਾਲ ਇੰਨੀ ਗਰਮੀ ਪੈਂਦੀ ਹੈ ਉੱਥੇ? ਨਹੀਂ ਦੇਖੋ, ਜਿਹੜਾ ਉਹਨਾਂ ਦੇ ਮਈ ਜੂਨ ਜੁਲਾਈ ਇਹ ਮੰਥਸ ਆ, ਇਹ ਹੌਟ ਸਮਰਸ ਦੇ ਹੀ ਹੁੰਦੇ ਆ। ਔਰ ਕੈਨੇਡੀਅਨਸ ਇਹਨਾਂ ਜਿਹੜੇ ਸਮਰਸ ਦੇ ਮੰਥਸ ਨੂੰ ਬਹੁਤ ਇੰਜੋਏ ਕਰਦੇ ਨੇ, ਕਿਉਂਕਿ ਠੰਡ ਉੱਥੇ ਇੰਨੀ ਕੁ ਪੈਂਦੀ ਆ। ਉਹ ਵੇਟ ਕਰਦੇ ਨੇ ਕਦੋਂ ਸਮਰਸ ਆਉਣਗੀਆਂ। ਹਾਲਾਂਕਿ ਜੇ ਉੱਥੇ ਦੀ ਤੁਸੀਂ ਧੁੱਪ ਦੇਖੋ, ਕਿਉਂਕਿ ਨਾਰਥ ਪੋਲ ਦੇ ਥੋੜਾ ਨੇੜੇ ਹੋਣ ਕਰਕੇ ਉੱਥੋਂ ਦੀ ਧੁੱਪ ਆ ਜਿਹੜੀ ਉਹ ਬਹੁਤ ਤਿੱਖੀ ਹੁੰਦੀ ਆ। ਈਵਨ ਕਿ 32-33 ਡਿਗਰੀ ਦੇ ਵਿੱਚ ਵੀ ਉੱਥੇ ਧੁੱਪ ਤੁਹਾਨੂੰ ਏਦਾਂ ਜਿਹੜੀ ਹੈ ਚੁੱਭਦੀ ਆ, ਇੰਨੀ ਜ਼ਿਆਦਾ ਤੇਜ਼ ਹੁੰਦੀ ਆ। ਸੋ ਇਸ ਕਰਕੇ 49 ਡਿਗਰੀ ਤਾਂ ਇਟ ਇਜ਼ ਅਨਹਰਡ ਆਫ, ਇਟ ਇਜ਼ ਅਨਪ੍ਰੈਸੀਡੈਂਟਡ, ਦੈਟ ਇਜ਼ ਵਾਟ ਆਮ ਸੇਇੰਗ, ਕਿ ਉੱਥੇ ਇੰਨੀ ਕਿ ਜ਼ਿਆਦਾ ਗਰਮੀ ਪੈ ਗਈ ਹੈ ਕਿ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੌਤਾਂ ਹੋ ਗਈਆਂ। ਈਵਨ ਕਿ ਉੱਥੋਂ ਦੀ ਜਿਹੜੀ BC ਕਾਰਨਰ ਸਰਵਿਸ ਆ ਜਾਂ ਸਾਰੀਆਂ ਏਜੰਸੀਜ਼ ਆ, ਜਿਹੜੀਆਂ ਸਿਕਿਉਰਿਟੀ ਏਜੰਸੀ ਲੱਗੀਆਂ ਹੋਈਆਂ ਕਿ ਆਪਾਂ ਕਰੀਏ ਤਾਂ ਕੀ ਕਰੀਏ। ਸੋ ਕਾਰਨ ਇਹ ਆ ਜਿਹੜਾ ਮੈਂ ਤੁਹਾਨੂੰ ਦੱਸਿਆ, ਕਲਾਈਮੇਟ ਚੇਂਜ। ਜਦੋਂ ਗ੍ਰੇਟਾ ਥੁਨਬਰਗ ਕਰਕੇ ਜਾਂ ਕਲਾਈਮੇਟ ਚੇਂਜ ਦੀਆਂ ਗੱਲਾਂ ਹੁੰਦੀਆਂ ਨੇ, ਔਰ ਕੁਝ ਅਨਪੜ੍ਹ ਲੋਕ ਕਹਿੰਦੇ ਕਿ ਕਲਾਈਮੇਟ ਚੇਂਜ ਤਾਂ ਕੋਈ ਚੀਜ਼ ਹੀ ਨਹੀਂ ਆ, ਇਹ ਤਾਂ ਜਦੋਂ ਬੁੜੇ ਹੋ ਜਾਓ ਤੇ ਫਿਰ ਠੰਡ ਲੱਗਣ ਲੱਗ ਜਾਂਦੀ ਆ। ਫਿਰ ਤੁਸੀਂ ਆਪ ਸਮਝ ਸਕਦੇ ਹੋ ਕਿ ਕਲਾਈਮੇਟ ਚੇਂਜ ਵੱਲ ਜਿਹੜੇ ਲੋਕੀ ਧਿਆਨ ਦੇ ਰਹੇ ਨੇ, ਯੂਰਪੀਅਨ ਕੰਟਰੀਜ਼ ਹੋਏ, ਬਹੁਤ ਸਾਰੇ ਲੋਕ ਆ। ਪਿੱਛੇ ਜੇ ਡੋਨਲਡ ਟਰੰਪ ਨੇ ਤਾਂ ਉਹ ਕਹਿੰਦੇ ਸੀ ਮੈਂ ਤਾਂ ਕਲਾਈਮੇਟ ਜਿਹੜਾ ਪੈਰਿਸ ਸਮਿਟ ਹੋਈ ਸੀ ਉਸ ਚੋਂ ਬਾਹਰ ਹੀ ਹੋ ਗਏ ਸੀ। ਹੁਣ ਦੁਬਾਰਾ ਆ ਕੇ ਜੋ ਬਾਈਡਨ ਜਦੋਂ ਆਏ ਆ, ਉਹ ਵਾਪਸ ਉਸ ਦਾ ਹਿੱਸਾ ਬਣੇ। ਸੋ ਮੇਰਾ ਕਹਿਣ ਦਾ ਮਤਲਬ ਆ, ਇਸ ਤਰ੍ਹਾਂ ਦੀ ਚੇਂਜ। ਈਵਨ ਤੁਸੀਂ ਪੰਜਾਬ ਦੀ ਗੱਲ ਕਰੋ, ਮਈ ਦਾ ਮਹੀਨਾ ਜਿਹੜਾ ਸਭ ਤੋਂ ਗਰਮ ਮਹੀਨਾ ਹੁੰਦਾ ਸੀ, ਮਈ ਜੂਨ ਦਾ, ਮਈ ਦਾ ਮਹੀਨਾ ਪਿਛਲੇ ਕਾਫੀ 2 ਦਹਾਕਿਆਂ ਤੋਂ ਬੜਾ ਠੰਡਾ ਮਹੀਨਾ ਰਿਹਾ ਕੰਪੈਰੇਟਿਵਲੀ। ਜੇ ਤੁਸੀਂ ਪਿਛਲੇ 2 ਦਹਾਕਿਆਂ ਚ ਮਈ ਦਾ ਮਹੀਨਾ, ਸੋ ਇਹ ਜਿਹੜੀ ਕਲਾਈਮੇਟ ਚੇਂਜ ਆ ਉਹ ਲਗਭਗ ਪੂਰੀ ਦੁਨੀਆ 'ਚ ਹੀ ਵੇਖੀ ਜਾ ਰਹੀ ਆ। ਔਰ ਇਸ ਦਾ ਅਸਰ ਇਕੱਲੇ ਕੈਨੇਡਾ 'ਚ ਨਹੀਂ ਹੋਇਆ, ਵੀ ਮੈਂ ਤੁਹਾਨੂੰ ਦੱਸ ਦਿੰਦਾ। ਨਾਲ ਉਹਦੇ ਨਾਲ BC ਦੇ ਸਿਆਟਲ ਹੈ, ਵਾਸ਼ਿੰਗਟਨ ਹੈ, ਇਸੇ ਤਰ੍ਹਾਂ ਔਰੇਗਨ ਹੈ, ਈਵਨ ਕਿ ਅਪ ਟੂ ਕੈਲੀਫੋਰਨੀਆ ਤੱਕ ਇਸ ਦਾ ਅਸਰ ਵੇਖਿਆ ਜਾ ਰਿਹਾ। ਜੀ ਰਾਜੀ, ਬਿਲਕੁਲ ਤੁਸੀਂ ਗਰਮੀਆਂ ਦਾ ਜ਼ਿਕਰ ਕੀਤਾ ਜੋ ਕੈਨੇਡਾ 'ਚ ਪੈ ਰਹੀ ਹੈ 49 ਡਿਗਰੀ, ਔਰ ਪੰਜਾਬ ਦੇ ਵਿੱਚ ਵੀ ਰਾਜਨੀਤਿਕ ਗਰਮੀ ਜਿਹੜੀ ਫੈਲੀ ਹੋਈ ਹੈ ਉਹਦਾ ਵੀ ਜ਼ਿਕਰ ਅਸੀਂ ਕੀਤਾ। ਹੁਣ ਸਿੱਧੂ ਤੇ ਕੈਪਟਨ ਦੇ ਵਿੱਚ ਠੰਡ ਕਦੋਂ ਪਏਗੀ, ਕਦੋਂ ਇਹ ਜਿਹੜੀ ਗਰਮੀ ਤਲਖੀ ਦੋਨਾਂ ਦੇ ਵਿੱਚ ਆਈ ਹੋਈ ਹੈ, ਇਹਦਾ ਐਂਡ ਕਿਹਾ ਜਾਂਦਾ ਹੈ ਵੀ ਆਉਣ ਵਾਲੇ ਦਿਨਾਂ 'ਚ ਹੋ ਜਾਏਗਾ। ਤੀਜੇ ਪਾਸੇ ਕਿਸਾਨ ਜਿਹੜੇ ਗਰਮੀ ਦੇ ਵਿੱਚ ਸੜਕਾਂ ਤੇ ਬਾਰਡਰਾਂ ਤੇ ਬੈਠੇ ਹੋਏ ਨੇ, ਉਹਨਾਂ ਦੇ ਉੱਤੇ BJP ਦੇ ਵਰਕਰਾਂ ਦਾ ਉਹ ਹਮਲਾ, ਉਹ ਵੀ ਇੱਕ ਗਰਮੀ ਪੈਦਾ ਕਰਦਾ ਹੈ। ਯਾਨੀ ਗਰਮੀ ਤੇ ਹਰ ਤਰਫ ਹੈ, ਔਰ ਉਸ ਗਰਮੀ ਦਾ ਅੰਤ ਛੇਤੀ ਤੋਂ ਛੇਤੀ ਹੋਏ, ਅਸੀਂ ਸਾਰੇ ਇਹਦੀ ਕਾਮਨਾ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਇਹ ਗਰਮੀ ਖਤਮ ਹੋਏਗੀ। ਮਨਪ੍ਰੀਤ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਗੇ ਵੀ ਅਸੀਂ ਬਹੁਤ ਇੱਦਾਂ ਦੀ ਗੱਲਾਂ ਕਰਦੇ ਰਹਾਂਗੇ, ਭਾਵੇਂ ਉਹ ਗਰਮੀ ਦੀ ਨਾ ਵੀ ਹੋਏ, ਪਰ ਠੰਡ ਪੈਣ ਦੀ ਵੀ ਗੱਲਾਂ ਅਸੀਂ ਛੇਤੀ ਕਰਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰਾਜੀ।